ਧੰਨ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਨਦਰੀ ਸਤਿਗੁਰ ਸੇਵੀਐ, ਨਦਰੀ ਸੇਵਾ ਹੋਏ। ਨਦਰੀ ਇਹ ਮਨ ਵਸ ਆਵੈ, ਨਦਰੀ ਮਨ ਨਿਰਮਲ ਹੋਏ। ਮੇਰੇ ਮਨ ਚੇਤ ਸੱਚਾ ਸੋਏ। ਏਕੋ ਚੇਤੈ ਤਾਂ ਸੁਖ ਪਾਵੈ, ਫਿਰ ਦੁਖ ਨਾ ਮੂਲੇ ਹੋਏ। ਰਹਾਉ ਨਦਰੀ ਮਰ ਕੈ ਜੀਵੀਐ, ਨਦਰੀ ਸ਼ਬਦ ਵਸੈ ਮਨ ਆਏ। ਨਦਰੀ ਹੁਕਮ ਬੂਝੀਐ, ਹੁਕਮੇ ਰਹਿ ਸਮਾਏ। ਜਿਨ ਜਿਹਵਾ ਹਰ ਰਸ ਨਾ ਚਖਿਓ, ਸਾ ਜਿਹਵਾ ਜਲ ਜਾਓ। ਅਨ ਰਸ ਸਾਦੇ ਲਗ ਰਹੀ, ਦੁਖ ਪਾਇਆ ਦੂਜੈ ਪਾਏ। ਸਭਨਾ ਨਦਰ ਏਕ ਹੈ, ਆਪੇ ਫਰਕ ਕਰੇ। ਨਾਨਕ ਸਤਿਗੁਰ ਮਿਲਿਐ ਫਲ ਪਾਇਆ, ਨਾਮ ਵਡਾਈ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵਡਭਾਗੇ ਹੋ ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਵਿਚਾਰ, ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਏ, ਇਹ ਵਡਹੰਸ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 558 ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ, ਜਿਸ ਦੇ ਵਿੱਚ ਆਪਾਂ ਇਹ ਬਚਨ ਸਾਂਝਾ ਕੀਤਾ ਸੀ ਕਿ ਹੇ ਮੇਰਿਆ ਮਨਾ, ਤੂੰ ਪਰਮਾਤਮਾ ਦਾ ਸਿਮਰਨ ਕਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰੇਂਗਾ, ਉਹਦਾ ਨਾਮ ਜਪੇਂਗਾ ਅਤੇ ਜੀਵਨ ਦੇ ਵਿੱਚ ਇਹੋ ਜਿਹਾ ਸੁੱਖ ਪ੍ਰਾਪਤ ਹੋ ਜਾਏਗਾ ਕਿ ਉਹ ਫਿਰ ਕਦੀ ਦੁੱਖ ਦੇ ਵਿੱਚ ਤਬਦੀਲ ਨਹੀਂ ਹੋਵੇਗਾ। ਸੋ ਇਹ ਵਚਨ ਆਪਾਂ ਜਿਹੜਾ ਏ ਉਹ ਸਾਂਝਾ ਕੀਤਾ ਸੀ ਕਿ ਮੇਰੇ ਮਨ ਚੇਤ ਸੱਚਾ ਸੋਏ, ਏਕੋ ਚੇਤੈ ਤਾਂ ਸੁਖ ਪਾਵੈ, ਫਿਰ ਦੁਖ ਨਾ ਮੂਲੇ ਹੋਏ। ਅਤੇ ਮੈਂ ਇਸ ਗੱਲ 'ਤੇ ਵਿਚਾਰ ਛੱਡੀ ਸੀ ਕਿ ਦੁਨਿਆਵੀ ਜਿਹੜਾ ਸੁੱਖ ਹੈ ਧਨ ਦੌਲਤ ਦਾ, ਉਹ ਇੱਕ ਦਿਨ ਸਮਾਂ ਪਾ ਕੇ ਦੁੱਖ 'ਚ ਤਬਦੀਲ ਹੋ ਜਾਂਦਾ ਏ। ਪਰ ਸਿਮਰਨ ਦੇ ਵਿੱਚ ਜੁੜਿਆ ਹੋਇਆ ਹਿਰਦਾ ਜਦੋਂ ਇੱਕ ਵਾਰੀ ਸੁਖੀ ਹੋ ਜਾਂਦਾ ਏ, ਅਤੇ ਯਾਦ ਰੱਖਿਓ ਵੇਖਣ ਨੂੰ ਤਾਂ ਇਉਂ ਭਾਸਦਾ ਹੈ ਕਿ ਮਨੁੱਖ ਦੇ ਸਰੀਰ ਨੂੰ ਦੁੱਖ ਹੈ, ਪਰ ਨਾਮ ਜਪਣ ਵਾਲੇ ਦੇ ਹਿਰਦੇ ਨੂੰ ਕੋਈ ਡੁਲਾ ਨਹੀਂ ਸਕਦਾ। ਸੋ ਇਹ ਰਹਾਉ ਵਾਲਾ ਬੰਦ ਸੀ। ਅੱਜ ਸਤਿਗੁਰੂ ਜੀ ਅਗਲੇਰੀ ਵਿਚਾਰ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਨਦਰੀ ਮਰ ਕੈ ਜੀਵੀਐ, ਨਦਰੀ ਸ਼ਬਦ ਵਸੈ ਮਨ ਆਏ। ਨਦਰੀ ਦੇ ਆਪਾਂ ਅਰਥ ਕਰਦੇ ਆ ਰਹੇ ਹਾਂ ਪਰਮਾਤਮਾ ਦੀ ਨਿਗਾਹ
ਮੇਰ ਭਰੀ ਨਿਗਾਹ ਜਿਹਦੇ ਦੇ ਉੱਤੇ ਪੈ ਜਾਵੇ ਉਸ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ। ਸਤਿਗੁਰੂ ਕਹਿਣਗੇ ਮਰ ਕੇ ਜੀਵ ਹੀ ਹੈ। ਦੋ ਸ਼ਬਦ ਨੇ, ਇੱਕ ਮਰਨਾ ਇੱਕ ਜਿਉਣਾ। ਵੈਸੇ ਦੁਨਿਆਵੀ ਪੱਖ ਤੋਂ ਵੇਖਿਆ ਜਾਵੇ ਪਹਿਲਾਂ ਜਨਮ ਹੁੰਦਾ ਏ ਫਿਰ ਮੌਤ ਹੁੰਦੀ ਹੈ। ਕਿਉਂਕਿ ਜੇ ਮਨੁੱਖ ਨੂੰ ਤੁਸੀਂ ਦੇਖੋਗੇ, ਇਹਦਾ ਦਿਮਾਗ ਵੇਖੋਗੇ ਤੇ ਅਸੀਂ ਇਸੇ ਹਿਸਾਬ ਦੇ ਨਾਲ ਚੱਲਾਂਗੇ। ਸਾਇੰਸ ਜਿਹੜੀ ਹੈ ਉਹ ਜਨਮ ਤੋਂ ਲੈ ਕੇ ਤੇ ਮੌਤ ਤੱਕ ਦਾ ਪੀਰੀਅਡ ਤੈਅ ਕਰਦੀ ਹੈ। ਪਹਿਲਾਂ ਬੰਦੇ ਦਾ ਜਨਮ ਹੁੰਦਾ ਏ, ਉਸ ਤੋਂ ਬਾਅਦ ਉਹ ਜਨਮ ਹੰਢਾ ਕੇ ਚਲਿਆ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ। ਇਹ ਇੱਕ ਦੁਨਿਆਵੀ ਪ੍ਰੋਸੈਸ ਹੈ। ਪਰ ਬਾਣੀ ਜਿਹੜੀ ਹੈ ਇਸ ਜਨਮ ਮਰਨ ਦੀ ਗੱਲ ਨਹੀਂ ਅੱਜ ਕਰ ਰਹੀ। ਉਹ ਗੱਲ ਕੀਤੀ ਹੈ ਸਤਿਗੁਰਾਂ ਨੇ ਕਈ ਥਾਵਾਂ 'ਤੇ, ਪਰ ਇੱਥੇ ਜਿਹੜੀ ਗੱਲ ਹੋ ਰਹੀ ਹੈ ਕਹਿ ਲਗੇ ਮਰ ਕੇ ਜੀਵੀਏ, ਪਹਿਲਾਂ ਮਰੇਗਾ ਤੇ ਫਿਰ ਜੀਵੇਗਾ। ਇਹਦਾ ਭਾਵ ਕੀ ਹੋਇਆ? ਇਹਦਾ ਭਾਵ ਕਿ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਨਾ, ਇਹਦੇ ਵਿੱਚ ਤੂੰ ਅਜੇ ਵਿਕਾਰਾਂ ਦੇ ਵਿੱਚ ਜੀ ਰਿਹਾ ਹੈ। ਇਸ ਮਨੁੱਖਾ ਜਨਮ ਦੇ ਵਿੱਚ ਤੂੰ ਮਾਇਆ ਦੇ ਵਿੱਚ ਜੀ ਰਿਹਾ ਹੈ, ਮਮਤਾ ਦੇ ਵਿੱਚ ਜੀ ਰਿਹਾ ਹੈ। ਜਦੋਂ ਵਿਕਾਰਾਂ ਵਾਲੇ ਪਾਸਿਓਂ ਮਰ ਜਾਵੇਂ ਤੂੰ ਮਮਤਾ ਵਾਲੇ ਪਾਸਿਓਂ ਮਰ ਜਾਵੇਂ, ਤੂੰ ਮੋਹ ਵਾਲੇ ਪਾਸਿਓਂ ਮਰ ਜਾਵੇਂ। ਮਰ ਦਾ ਭਾਵ ਅਰਥ ਕਰਾਂਗੇ ਹਟਣਾ। ਜਦੋਂ ਇਹਨਾਂ ਚੀਜ਼ਾਂ ਵਾਲੇ ਤੇ ਪਾਸਿਓਂ ਤੇਰੀ ਬਿਰਤੀ ਹਟ ਗਈ, ਫਿਰ ਤੇਰੇ ਅੰਦਰ ਨਾਮ ਟਿਕੇਗਾ ਤੇ ਰੱਬ ਵਾਲੇ ਪਾਸੇ ਤੂੰ ਜ਼ਿੰਦਗੀ ਨੂੰ ਆਪਣੀ ਬਤੀਤ ਕਰੇਗਾ। ਉਹਨੂੰ ਨਵਾਂ ਜਨਮ ਆਪਾਂ ਆਖਾਂਗੇ। ਫਿਰ ਇਸ ਗੱਲ ਵੱਲ ਧਿਆਨ ਦਿਓ ਕਿ ਜਦੋਂ ਅਸੀਂ ਵਿਕਾਰਾਂ ਵੱਲੋਂ ਹਟ ਗਏ, ਜਦੋਂ ਵਿਕਾਰਾਂ ਵਾਲੇ ਪਾਸਿਓਂ ਮਰ ਗਏ, ਭਾਵ ਉਸ ਪਾਸੇ ਨੂੰ ਨਹੀਂ ਹੁਣ ਜਾਣਾ। ਹੁਣ ਜਦੋਂ ਅਸੀਂ ਸਿਮਰਨ ਦੇ ਵਿੱਚ ਜੀਵਾਂਗੇ, ਜਦੋਂ ਅਸੀਂ ਪਰਮਾਤਮਾ ਦੇ ਰਸਤੇ 'ਤੇ ਤੁਰਾਂਗੇ, ਸਤਿਗੁਰੂ ਕਹਿੰਦੇ ਉਹ ਅਸਲ 'ਚ ਜੀਵਨ ਹੈ ਜਿਹੜਾ ਗੁਰੂ ਦੇ ਲੇਖੇ ਲੱਗਾ ਹੈ। ਅਤੇ ਇੱਕ ਬਚਨ ਵੀ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਪੜ੍ਹਦੇ ਹਾਂ, ਕਹਿਣ ਲੱਗੇ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਨਾ ਜਪਦਾ, ਉਹਦਾ ਜੀਵਨ ਇੱਦਾਂ ਦਾ ਹੈ ਜਿਵੇਂ ਇੱਕ ਸੱਪ ਦਾ ਜੀਵਨ ਹੈ। ਅਤੇ ਤੁਸੀਂ ਸੱਪ ਨੂੰ ਨਾ ਸਾਰੀ ਉਮਰ ਦੁੱਧ ਪਿਆਉਂਦੇ ਰਹੋ, ਉਹ ਜਦੋਂ ਵੀ ਆਪਣੀ ਜ਼ੁਬਾਨ ਤੋਂ ਸੁੱਟੇਗਾ ਤੇ ਜ਼ਹਿਰ ਹੀ ਸੁੱਟੇਗਾ, ਉਹ ਕਦੀ ਅੰਮ੍ਰਿਤ ਨਹੀਂ ਸੁੱਟ ਸਕਦਾ। ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਉਹ ਵਿਕਾਰਾਂ ਰੂਪੀ ਜਦੋਂ ਦੁੱਧ ਨੂੰ ਪੀਂਦਾ ਹੈ, ਮਾਇਆ ਰੂਪੀ ਮਿੱਠਾ ਦੁੱਧ ਪੀਂਦਾ, ਅਤੇ ਉਹਦੇ ਅੰਦਰੋਂ ਵਿਕਾਰਾਂ ਦੀ ਜ਼ਹਿਰ ਹੀ ਨਿਕਲਦੀ ਹੈ। ਉਹਦੇ ਕੋਲੋਂ ਜਿਹੜਾ ਉਹ ਜੀਵਨ ਦਾ ਅੰਮ੍ਰਿਤ ਨਹੀਂ ਮਿਲ ਸਕਦਾ। ਉਹ ਅਸੀਂ ਬਚਨ ਪੜ੍ਹਦੇ ਹਾਂ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ। ਕਹਿਣਗੇ ਪਰਮਾਤਮਾ ਦੇ ਬੰਦਗੀ ਤੋਂ ਬਿਨਾਂ ਜੀਆ ਹੋਇਆ ਜੀਵਨ ਜਿਹੜਾ ਹੈ ਉਹ ਸੱਪ ਦੇ ਵਾਂਗ ਹੈ, ਜਿਵੇਂ ਸੱਪ ਉਮਰ ਗੁਜ਼ਾਰਦਾ ਹੈ। ਸੋ ਇੱਥੇ ਸਤਿਗੁਰੂ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਨਦਰੀ ਮਰ ਕੇ ਜੀਵੀ ਹੈ। ਕਹਿਣ ਲੱਗੇ ਭਾਈ ਜੇ ਮਨੁੱਖ ਮਾਇਆ ਵਾਲੇ ਪਾਸਿਓਂ ਵਿਕਾਰਾਂ ਵਾਲੇ ਪਾਸਿਓਂ ਮਰ ਕੇ ਉੱਧਰੋਂ ਹਟ ਕੇ ਰੱਬ ਵਾਲੇ ਪਾਸੇ ਜੀ ਜਾਵੇ, ਰੱਬ ਵਾਲੇ ਪਾਸੇ ਧਿਆਨ ਲਾ ਦੇਵੇ, ਇਹ ਮਨੁੱਖ ਦੇ ਵੱਸ ਦੀ ਗੱਲ ਨਹੀਂ, ਇਹ ਵੀ ਪਰਮਾਤਮਾ ਦੀ ਨਜ਼ਰ ਦੇ ਨਾਲ ਹੀ ਹੁੰਦਾ। ਇਹਦੇ ਅਰਥ ਇਉਂ ਕਰਨੇ ਨੇ, ਜੇ ਤੁਸੀਂ ਇੱਥੇ ਆਪਣੇ ਕੰਮ ਛੱਡ ਕੇ ਦੁਨਿਆਵੀ ਝਮੇਲੇ ਛੱਡ ਕੇ ਗੁਰੂ ਦੇ ਕੋਲ ਬੈਠੇ ਜੇ ਨਾ, ਜੇ ਅੰਮ੍ਰਿਤ ਵੇਲੇ ਮੈਂ ਉਦਣ ਵੀ ਕਿਹਾ ਸੀ ਕਿ ਮਨੁੱਖ ਬਾਣੀ ਪੜ੍ਹਦਾ ਹੈ, ਜੇ ਉਹਦਾ ਚਿੱਤ ਕਰਦਾ ਹੈ ਗੁਰੂ ਘਰ ਆਉਣ ਨੂੰ, ਜੇ ਚਿੱਤ ਕਰਦਾ ਹੈ ਸੇਵਾ ਕਰਨ ਨੂੰ, ਸਿਮਰਨ ਕਰਨ ਨੂੰ, ਜੇ ਹੁਣ ਵਿਕਾਰਾਂ ਵਾਲੇ ਪਾਸੇ ਚਿੱਤ ਨਹੀਂ ਡੋਲਦਾ, ਚਿੱਤ ਨੇਕੀ ਤੇ ਭਲਾਈ ਵਾਲੇ ਪਾਸੇ ਜਾਂਦਾ ਹੈ, ਸਤਿਗੁਰੂ ਕਹਿੰਦੇ ਇਹ ਪਰਮਾਤਮਾ ਦੀ ਨਜ਼ਰ ਹੈ, ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਨਹੀਂ ਤਾਂ ਤੁਸੀਂ ਵੇਖੋ ਮਨੁੱਖ ਉਮਰ ਹੰਢਾ ਦਿੰਦਾ ਹੈ, ਪਰ ਇਹਦੇ ਅੰਦਰ ਦੀ ਤ੍ਰਿਸ਼ਨਾ ਨਹੀਂ ਜੇ ਮੁੱਕਦੀ, ਇਹਦੇ ਅੰਦਰ ਦੀ ਵਾਸ਼ਨਾ ਨਹੀਂ ਮੁੱਕਦੀ। ਖਾਂਦਿਆਂ ਨਾ ਸਾਡਾ ਜਿਹੜਾ ਹੈ ਉਹ ਜੀਵਨ ਬਤੀਤ ਹੋ ਜਾਂਦਾ ਹੈ। ਬਾਣੀ ਦਾ ਬਚਨ ਹੈ ਕਿ ਮੂੰਹ ਢੱਠਾ ਦੀ ਗੱਲ, ਜਿਹੜਾ ਮੂੰਹ ਉਹ ਦੰਦ ਨਿਕਲ ਜਾਂਦੇ ਨੇ ਖਾਂਦੇ ਬੰਦੇ ਦੇ। ਸਰੀਰ ਜਿਹੜਾ ਉਹ ਹੰਢਾਉਂਦਿਆਂ ਬਿਰਧ ਹੋ ਜਾਂਦਾ ਹੈ, ਪਰ ਅਜੇ ਵੀ ਲਾਲਸਾ ਹੈ ਕਿ ਮੈਂ ਜੀਵਨ ਦੇ ਵਿੱਚ ਜਿਹੜਾ ਉਹ ਜਵਾਨੀ ਵਾਲਾ ਪੱਖ ਚੇਤੇ ਕਰਦਾ ਹੈ। ਸਾਰਾ ਜੀਵਨ ਬਤੀਤ ਕਰ ਗਿਆ, ਅੱਜ ਵੀ ਇਹਦੀ ਸੁਰਤ ਦੇ ਵਿੱਚ ਮਾਇਆ ਬੈਠੀ ਹੋਈ ਹੈ, ਅੱਜ ਵੀ ਇਹਦੀ ਚਿੱਤ ਦੇ ਵਿੱਚ ਮੋਹ ਮਮਤਾ ਬੈਠੇ ਹੋਏ ਨੇ। ਇਹ ਮਰਨ ਦਾ ਇਹਦਾ ਦਿਲ ਨਹੀਂ ਕਰਦਾ। ਪਰ ਜੇ ਮਨੁੱਖ ਜਿਉਂਦੇ ਜੀ, ਜੇ ਮਨੁੱਖ ਇਸ ਸਮੇਂ ਦੇ ਵਿੱਚ ਆ ਜਿਹੜਾ ਕਲਯੁਗ ਦਾ ਸਮਾਂ ਹੈ ਨਾ, ਇਸ ਸਮੇਂ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰਨ ਲੱਗ ਪਿਆ, ਸਤਿਗੁਰੂ ਕਹਿੰਦੇ ਇਹ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਨਦਰੀ ਮਰ ਕੇ ਜੀਵੀ ਹੈ,
परमात्मा की कृपा की निगाह के द्वारा ही जीव विकारां वाले पास्यों मर के नाम वाले पासे जुड़दा है, रब वाले पासे जीउंदा है। अगे शब्द है जी, नदरी शब्द वसै मन आए। इत्थे शब्द का अर्थ करांगे परमात्मा के घर का ज्ञान, उहदे घर दे बोल। कहन लगे फिर परमात्मा का शब्द जिहड़ा है, परमात्मा का नाम हिरदे दे विच वसदा है। तो याद रखियो, एक बड़े लंबे दिनों का एक विषय चल रहा है मन का। मनुख, मैं उदण भी कहा सी, मनुख यतन कर सकता है, पर मनुख जिहड़ा है वो 100% अपनी मर्जी के नाल कामयाब नहीं हो सकता। सतगुरु कह लगे जे हिरदे च आन के शब्द टिक जाता है ना, ये भी परमात्मा की नज़र है, ये भी परमात्मा की कृपा है। तो मैं तुहानू एक नुकता दे देना जिहदे नाल पता लग जाएगा कि परमात्मा का शब्द अंदर टिक चुका होया है। एक पहला बाणी की उदाहरण दे देवां। असी घर दे विच, चलो हुण सियाल का पख लग रहा है, असी एक थरमोस दे विच चाह पाउने आ, वो बाहरों नज़र नहीं ना आउंदी, पर जिन्ने पाई है उन्होंने पता है उहदे विच की है। जे तुसी उहदे च चाह गर्म पा के आखो खोल के भी इर चों दुध निकल आवे, इदां होवेगा? कदी नहीं हो सकता। जो अंदर पाता वो निकलना है। बाणी कहती है जो जी होए सो उगवै। जिहड़ा अंदर पाता उन्होंने ही बाहर प्रगट होवेगा, उन्होंने ही बाहर तू कढेगा। पहला हिरदे दे विच माया फसी हुई सी, पहला हिरदे दे विच विकार पए हुए सन, ते मनुख की सोचनी जिहड़ी सी, सुरत जिहड़ी सी, बिरती जिहड़ी सी, विकारी सी, माया वाले पासे लगी हुई सी। अज हिरदे दे विच हुण गुरु दा शब्द है, अज हिरदे दे विच परमात्मा दा नाम है। रसना तो अज भी चलदी है, समा उहो ही है। अगे तुरदिया फिरदिया माया चेते करदा सी, हुण तुरदिया फिरदिया इहदे रसना दे उत्ते गुरु गुरु रहिंदा है, इहदी रसना दे उत्ते बाणी रहिंदी है, इहदे हत्थ, इहदियां अखां, इहदे पैर, इहदे इंद्रे नेकी करदे, भलाई करदे ने। इहदा भाव तेरे अंदर शब्द टिक चुका होया। असी इस पासे नूं लग पए ना, अंदर शब्द टिक पिया ते शब्द दे विचों ये चीज़ां निकल आईयां। अगे हिरदे दे विच विकार सन ते रसना दे विचों निकले होए बोल भी विकारी बन जाते सन। अज हिरदे दे विच निरंकार है ते हिरदे दे विचों निकले होए बोल भी निरंकारी बन जाते हैं। सतगुरु कहंदे ये भी परमात्मा की कृपा दे नाल हुंदा है। नदरी शब्द वसै मन आए, परमात्मा की मेहर दे नाल ही, उहदी कृपा दृष्टि दे नाल ही हिरदे दे विच शब्द वसदा है। अगे कह लगे नदरी हुक्म बूझीए। हुक्म का अर्थ है उहदा सिद्धांत जो लगातार चल रहा है, इनू टालिया नहीं जा सकता। सतगुरु कहंदे परमात्मा की कृपा दे नाल ही उहदे हुक्म नू बूझीए दा अर्थ है समझना, उहदे हुक्म की समझ आ सकती है, नहीं तो उदा उहदा हुक्म नहीं जे समझिया जाता। अगला शब्द पढ़ देवां, हुक्मे रह समाए। समाए का अर्थ समाउना, टिकना। कह लगे परमात्मा के हुक्म नूं उहदी कृपा दे नाल ही समझिया जाता है, कल्ला समझण दे नाल गल नहीं बनदी। मनुख उस हुक्म दे विच टिकदा भी उहदी कृपा दे नाल है, उहदी कृपा तो बिना उहदा हुक्म दे विच टिकिया भी नहीं जाता। फिर इत्थे दो शब्द ने, एक समझना, एक उहदे विच टिक जाना। पहली बेनती करां, परमात्मा दे हुक्म दे विच चलना ही सानूं साडे वास्ते भले दी गल है। साडे वास्ते सब तो चंगा ये असीं उहदे हुक्म दे विच चलीए। असीं अपनी मर्जी नहीं गुरमुखों कर सकते। कई वारी मनुख कह दिंदा है कि असीं जिहड़ा वो अपने हिसाब दे नाल चलांगे, पर सतगुरु कहंदे नहीं। कहंदे वो परमात्मा दे हुक्म च चलेगा तो आनंद है, चलना हुक्म च पैना है। जे चलेगा मर्जी खुशी दे नाल ते आनंद मिलेगा, जे नहीं चलेगा तो गमी मिल जाएगी, दुख मिलेगा। चलना तेन उहदे हिसाब दे नाल पैना है। हुक्म दे मैं अर्थ कीते ने, फिर दोहरा देना कि वह बचन जिन्हों टालिया ना जा सकता होवे, वो निजम जिहदे विच कुछ वाद घाट ना कीती जा सकती होवे, उहनूं परमात्मा दा हुक्म कहा जाता है। सौखी उदाहरण दे देना, कुछ घंटे पहला दिन सी, हुण रात का पख लग गया, रात हुंदी जा रही है। कुछ घंटियां दी रात रहनी है, सवेर नूं दिन हो जाना है। इहदे च कोई मनुख कुछ नहीं कर सकता। परमात्मा दा अटल नियम है,
ਉਹ ਨਿਯਮ ਦੇ ਮੁਤਾਬਕ ਦਿਨ ਅਤੇ ਰਾਤ ਜਿਹੜੇ ਨੇ ਉਹ ਮੌਸਮ ਦੇ ਹਿਸਾਬ ਦੇ ਨਾਲ, ਜਗ੍ਹਾ ਦੇ ਹਿਸਾਬ ਦੇ ਨਾਲ ਬਣਦੇ ਰਹਿੰਦੇ ਨੇ। ਇਹ 'ਚ ਅਸੀਂ ਕੁਛ ਨਹੀਂ ਕਰ ਸਕਦੇ, ਇਹ ਉਹਦਾ ਹੁਕਮ ਹੈ। ਉਹਦੇ ਹੁਕਮ ਦੇ ਵਿੱਚ ਹੀ ਜੀਵ ਜੰਮਦਾ ਹੈ, ਉਹਦੇ ਹੁਕਮ ਦੇ ਵਿੱਚ ਹੀ ਜੀਵ ਮਰ ਜਾਂਦਾ ਹੈ। ਇਹਦੇ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ। ਉਹਦੇ ਹੁਕਮ ਦੇ ਵਿੱਚ ਹੀ ਸਾਨੂੰ ਦੁੱਖ ਮਿਲਦੇ ਨੇ, ਉਹਦੇ ਹੁਕਮ ਦੇ ਵਿੱਚ ਹੀ ਸਾਨੂੰ ਸੁੱਖ ਮਿਲਦੇ ਨੇ। ਅਸੀਂ ਇਹਨੂੰ ਟਾਲ ਨਹੀਂ ਸਕਦੇ। ਜੋ ਕਰਮਾਂ ਦੇ ਵਿੱਚ ਉਹ ਮਿਲਣਾ ਹੀ ਮਿਲਣਾ ਹੈ। ਇੱਕ ਬਚਨ ਪੜ੍ਹਦੇ ਹਾਂ, ਅਸੀਂ ਰੋਜ਼ ਪੜ੍ਹਦੇ ਹਾਂ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਤਿਗੁਰੂ ਕਹਿਣਗੇ ਹੁਕਮ 'ਚ ਚੱਲਣ ਦੀ ਜਾਚ ਸਿੱਖ ਲਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੀ ਰਜਾ ਦੇ ਵਿੱਚ ਰਹਿਣ ਦੀ ਜਾਚ ਸਿੱਖ। ਇੱਥੇ ਸਤਿਗੁਰੂ ਪਹਿਲੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਉਹਦੀ ਕਿਰਪਾ ਦੀ ਦ੍ਰਿਸ਼ਟੀ ਨਾਲ ਹੀ ਮਨੁੱਖ ਹੁਕਮ ਨੂੰ ਸਮਝਦਾ ਹੈ। ਛੇਤੀ ਕੀਤਿਆਂ ਮਾਲਕ ਦਾ ਹੁਕਮ ਸਮਝ ਨਹੀਂ ਜੇ ਆਉਂਦਾ। ਅਸੀਂ ਆਪਣੇ ਹੱਥ ਪੈਰ ਮਾਰਦੇ ਹਾਂ ਵੀ ਨਹੀਂ ਇੱਦਾਂ ਨਹੀਂ ਹੋ ਸਕਦਾ, ਮੈਂ ਨਹੀਂ ਮੰਨਦਾ, ਧੱਕਾ ਹੋ ਗਿਆ, ਗਲਤ ਹੋ ਗਿਆ। ਪਰ ਜੋ ਪਰਮਾਤਮਾ ਦਾ ਅਟੱਲ ਹੁਕਮ ਹੈ ਤੈਨੂੰ ਸਮਝਣਾ ਹੀ ਪੈਣਾ। ਅਤੇ ਜੇ ਕਿਤੇ ਮਨੁੱਖ ਉਹਨੂੰ ਸਮਝ ਵੀ ਲਵੇ, ਕਈ ਵਾਰੀ ਇੱਦਾਂ ਜੀਵਨ ਦੇ ਵਿੱਚ ਇੰਨੇ ਕੁ ਮਨੁੱਖ ਧੱਕੇ ਖਾ ਜਾਂਦਾ ਹੈ, ਉਹਨੂੰ ਫਿਰ ਸਮਝ ਪੈ ਜਾਂਦੀ ਹੈ ਕਿ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਵੀ ਹੁਣ ਕੋਈ ਵਾਹ ਪੇਸ਼ ਨਹੀਂ ਚੱਲਣੀ, ਮੈਨੂੰ ਉਹਦਾ ਹੁਕਮ ਮੰਨਣਾ ਹੀ ਪੈਣਾ ਹੈ। ਇੱਕ ਸਮਝਣਾ ਹੈ, ਦੂਸਰਾ ਉਹਦੇ ਵਿੱਚ ਸਮਾਉਣਾ ਹੈ। ਸਮਾਉਣ ਦੇ ਵਿੱਚ ਬੜਾ ਅੰਤਰ ਹੈ। ਯਾਦ ਰੱਖਿਓ, ਜਿਸ ਦਿਨ ਤੁਸੀਂ ਹੁਕਮ ਦੇ ਵਿੱਚ ਸਮਾ ਗਏ ਉਦਣ ਹੁਕਮੀ ਦੇ ਵਿੱਚ ਲੀਨ ਹੋ ਜਾਓਗੇ। ਅਜੇ ਤੱਕ ਅਸੀਂ ਹੁਕਮ 'ਚ ਸਮਾਉਂਦੇ ਨਹੀਂ। ਅੰਮ੍ਰਿਤ ਬਾਣੀ ਦਾ ਬਚਨ ਕਹਿਣਗੇ, ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ। ਕਹਿੰਦੇ ਇਹ ਕਹਿਣਾ ਬੜਾ ਸੌਖਾ, ਮੈਂ ਵਿਆਖਿਆ ਕਰਕੇ ਚਲਿਆ ਜਾਵਾਂਗਾ ਕਿ ਭਾਈ ਪਰਮਾਤਮਾ ਦੇ ਹੁਕਮ ਨੂੰ ਸੱਤ ਕਰਕੇ ਮੰਨੋ, ਉਹਦੇ 'ਚ ਸਮਾਓ। ਸੱਚੀ ਗੱਲ ਹੈ, ਜਿੱਦਣ ਖੁਸ਼ੀ ਹੁੰਦੀ ਉਹ ਤਾਂ ਅਸੀਂ ਹੁਕਮ ਮੰਨ ਲੈਂਦੇ ਹਾਂ। ਜਿੱਦਣ ਜੀਵਨ ਦੇ ਵਿੱਚ ਦੁੱਖ ਆਉਂਦਾ ਹੈ, ਕੋਈ ਕਠਿਨਾਈਆਂ ਆਉਂਦੀਆਂ ਨੇ, ਉਹ ਨਹੀਂ ਜੇ ਮੰਨਿਆ ਜਾਂਦਾ, ਉਹ ਸੌਖਾ ਨਹੀਂ ਮੰਨਿਆ ਜਾਂਦਾ। ਵੱਡੇ ਵੱਡੇ ਜਿਹੜੇ ਸੂਰਮੇ ਨੇ ਦੁੱਖ ਦੇ ਵੇਲੇ ਉਹ ਵੀ ਡੋਲ ਜਾਂਦੇ ਨੇ, ਕਿਉਂਕਿ ਪਰਮਾਤਮਾ ਦੇ ਹੁਕਮ ਦੇ ਵਿੱਚ ਕੋਈ ਵਿਰਲਾ ਟਾਵਾਂ ਹੀ ਸਮਾਉਂਦਾ ਹੈ। ਸਤਿਗੁਰੂ ਕਹਿਣਗੇ ਜਿਹੜਾ ਮਨੁੱਖ ਸਮਾਉਂਦਾ ਹੈ ਉਹ ਪਰਮਾਤਮਾ ਦੀ ਨਿਗਾਹ ਦੇ ਦੁਆਰਾ, ਉਹਦੀ ਕਿਰਪਾ ਦੀ ਦ੍ਰਿਸ਼ਟੀ ਦੁਆਰਾ ਹੀ ਸਮਾਉਂਦਾ ਹੈ। ਉਹਦਾ ਕੋਈ ਮਨੁੱਖ ਉਹਦੇ ਹੁਕਮ ਦੇ ਵਿੱਚ ਲੀਨ ਨਹੀਂ ਹੋ ਸਕਦਾ। ਨਦਰੀ ਹੁਕਮ ਬੂਝੀਐ, ਉਸ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਹੀ ਉਹਦੇ ਹੁਕਮ ਦੀ ਸਮਝ ਪੈਂਦੀ ਹੈ। ਹੁਕਮੇ ਰਹਿ ਸਮਾਏ, ਅਤੇ ਉਹਦੀ ਨਦਰ ਕਿਰਪਾ ਦੇ ਨਾਲ ਹੀ ਮਨੁੱਖ ਜਿਹੜਾ ਹੈ ਉਹ ਹੁਕਮ 'ਚ ਲੀਨ ਹੋ ਸਕਦਾ ਹੈ। ਅੱਗੇ ਕਹਿਣਗੇ ਜਿਨ ਜਿਹਵਾ ਹਰ ਰਸ ਨਾ ਚੱਖਿਓ। ਕਹਿਣਗੇ ਜਿਸ ਰਸਨਾ ਨੇ, ਜਿਸ ਜ਼ੁਬਾਨ ਨੇ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਚੱਖਿਆ, ਹੁਣ ਉਹਦੇ ਹੁਕਮ ਦੇ ਵਿੱਚ ਨਹੀਂ ਚੱਲਿਆ, ਅੰਮ੍ਰਿਤ ਵੇਲੇ ਨਹੀਂ ਉੱਠਿਆ, ਬਾਣੀ ਨਹੀਂ ਪੜ੍ਹੀ, ਨੇਕ ਕਰਮ ਨਹੀਂ ਕੀਤੇ, ਦੁਨਿਆਵੀ ਰਸ ਚੱਖਦਾ ਰਿਹਾ, ਮਾਇਆ ਦਾ ਰਸ ਚੱਖਿਆ, ਵਿਕਾਰਾਂ ਦੇ ਰਸ ਚੱਖੇ, ਨਿੰਦਿਆ ਚੁਗਲੀ ਦੇ ਰਸ ਚੱਖੇ, ਪਰ ਕਦੀ ਨਾਮ ਦਾ ਰਸ ਨਹੀਂ ਜੇ ਚੱਖੇ। ਯਾਦ ਰੱਖਿਓ, ਚੁਗਲੀ ਦਾ ਬੜਾ ਰਸ ਹੁੰਦਾ ਹੈ, ਨਿੰਦਿਆ ਦਾ ਬੜਾ ਰਸ ਹੁੰਦਾ ਹੈ। ਇੱਕ ਉਦਾਹਰਨ ਦੇ ਦੇਣਾ, ਜੇ ਕਿਤੇ 2-4 ਗੁਰਮੁਖ ਪਿਆਰੇ ਖਲੋਤੇ ਹੋਣ ਨਾ, ਉਹਨਾਂ ਨੂੰ ਆਖੋ ਵੀ 10 ਮਿੰਟ ਬਹਿ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਓ, ਕਿੰਨਾ ਟਾਈਮ ਲੱਗੇਗਾ? 10 ਮਿੰਟ ਲੱਗਣਗੇ। 3-4 ਦੇ 3-4 ਹੀ ਇੱਥੋਂ ਭੱਜ ਜਾਣਗੇ, ਕਹਿਣਗੇ ਸਾਡੇ ਕੋਲ ਸਮਾਂ ਨਹੀਂ। ਸੱਚੀ ਗੱਲ ਹੈ, ਸਮਾਂ ਕਿੱਥੇ ਹੈ? ਪਰ ਉੱਥੇ ਹੀ ਕਿਸੇ ਪੰਜਵੇਂ ਦੀ ਤੁਸੀਂ ਨਿੰਦਿਆ ਕਰਨੀ ਸ਼ੁਰੂ ਕਰ ਦਿਓ, ਅੱਧਾ ਘੰਟਾ ਖਿਲਾਰ ਦਿਓ, ਕਿਤੇ ਮਜਾਲ ਹੈ ਟਸ ਤੋਂ ਮਸ ਵੀ ਹੋ ਜਾਣਾ। ਰਸ ਆ ਰਿਹਾ ਨਿੰਦਿਆ ਦੇ ਵਿੱਚ, ਉਹ ਬੰਦਾ ਪਾਸੇ ਨਹੀਂ ਹਟੇਗਾ, ਉਹ ਉੱਥੇ ਟਿਕਿਆ, ਉੱਥੇ ਲੀਨ ਹੈ, ਬਿਲਕੁਲ ਐਂ ਜਿਵੇਂ ਖਿਲਾਰ ਦਿੱਤਾ ਨਾ ਸਟੈਚੂ ਬਣਾ ਕੇ, ਉਹ ਉੱਦਾਂ ਖਲੋਤਾ ਹੋਇਆ ਹੈ, ਕਿਉਂਕਿ ਨਿੰਦਿਆ ਦੇ ਵਿੱਚੋਂ ਰਸ ਆ ਰਿਹਾ ਹੈ। ਜਦੋਂ ਤੁਹਾਨੂੰ ਕੋਈ ਕਹਿ ਦੇਵੇ ਕਿ ਭਾਈ ਸਵੇਰੇ ਉੱਠ ਕੇ ਬਾਣੀ ਪੜ੍ਹ ਲਾ, ਬਾਣੀ ਦੇ ਵਿੱਚੋਂ ਰਸ ਨਹੀਂ, ਉਦੋਂ ਨੀਂਦ ਆਉਂਦੀ ਹੈ। ਅਤੇ ਮੈਂ ਪਿਛਲੇ ਦਿਨਾਂ 'ਚ ਇਹ ਵੀ ਉਦਾਹਰਨ ਦਿੱਤੀ ਸੀ, ਜਿੱਦਣ ਕੋਈ ਆਖੇ ਵੀ ਤੈਨੂੰ ਇਸ ਕੰਮ ਦੇ ਜਾਂ ਇਸ ਪਾਸਿਓਂ ਇੰਨੇ ਲੱਖ ਰੁਪਈਏ ਮਿਲਨੇ ਨੇ, ਅਤੇ 2 ਵਜੇ ਉੱਠ ਵੀ ਤੁਹਾਨੂੰ 12 ਵਜੇ ਜਾਗ ਆ ਜਾਣੀ ਵੀ ਮੈਂ 2 ਵਜੇ ਕੰਮ ਕਰਨਾ ਜਾ ਕੇ। ਬਾਣੀ ਕਹਿੰਦੀ ਹੈ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਏ। ਮਾਇਆ ਦਾ ਰਸ ਚੱਖਿਆ ਹੋਇਆ ਹੈ, ਨਾਮ ਦਾ ਰਸ ਨਹੀਂ ਚੱਖਿਆ ਹੋਇਆ। ਪਰਿਵਾਰ ਦਾ ਰਸ ਹੈ ਸਾਨੂੰ, ਇੰਦਰੀਆਂ ਦਾ ਰਸ, ਮਾਇਆ ਦਾ ਰਸ ਨਹੀਂ। ਪਰ ਇੱਕ ਗੱਲ ਯਾਦ ਰੱਖਿਓ, ਜਿੱਦਣ ਨਾਮ ਦਾ ਰਸ ਆ ਗਿਆ ਉਦਣ ਇਹ ਸਾਰੇ ਰਸ ਜਿਹੜੇ ਉਹ ਫਿੱਕੇ ਲੱਗਣਗੇ, ਇਹਨਾਂ ਦਾ ਸਵਾਦ ਨਹੀਂ ਕੋਈ ਰਹੇਗਾ।
सतगुरु कहणगे जिन जिहवा जिहड़ी रसना ने जिस जुबान ने हर रस ना चखियो। जिन्हें परमात्मा का नाम रस नहीं चखिया, सतगुरु कहते सा जिहवा जल जाओ। जल का अर्थ करांगे सड़ना, कहते वो जुबान सड़ जानी चाहिए है जिहड़ी जुबान ने अजे तक नाम का रस ही नहीं चखिया। निंदिया का रस चख लिया, चुगली का चख लिया, माया का चख लिया, ममता का चख लिया, नाम का रस नहीं चखिया, फिर ये जुबान कादे वास्ते मिली है? साडा हाल की ये रसना तू अन रस राच रही, तेरी प्यास ना जाए। गुरु अमरदास जी कहते तेरी प्यास जाती नहीं। किन्ना समा हो गया तेनू चुगली करदिया नू। तुसी देखो मनुख किन्ने साल हो गए ने सानू एक दूजे की चुगली करदिया, कदी थकी है? हुण तो चुगली करनी बड़ी सौखी है। कान नू फोन लगा हुंदा ते बीबियां 2-2 घंटे लगियां रहिंदियां ने। घरां 'च इदां ही हुंदा ना भी किसी भैन का फोन आ गया, माँ का फोन आ गया, किसी का फोन आ गया भी वो सੱਸ दी दब के चुगली करदियां, लै रब दा नाम सੱਸ नौं दी करन लगी हुंदी है। हुंदा ना अज चुगली करनी बड़ी सौखी है, रज के असी करते हैं, बड़ा स्वाद आउंदा, फोन भी नहीं छुटदा। फिर तो जे किते बंदा मेरे वर्गा कह दे भी इन्ना फोन नहीं करे, फिर मैं अपने पेके फोन ना करा, मैनू माँ प्यो नहीं प्यारा। अच्छा नहीं, माँ प्यो नहीं प्यारा, वो जिहड़ी चुगली है उहदा रस आ रहा है। ओहो ही अगों माँ कह देवे पुत तू कन नूं फोन लाया, इधरों मैं लाउना लाया है, एक पंक्ति तू बोल, एक पंक्ति मैं जपजी साहब की बोलती। किते प्रैक्टिकल वा करके वेख लो, एक जपजी साहब नहीं जे तुहाडे कोल ना नहीं होवेगा, किसी कोलों भी टाइम ही नहीं है। फिर खां फट कम चेता आ जाएगा कि मेरे को समा नहीं है। मैं एक चलो गल आप हासे पा ली, ये बीबियां दा नहीं सारियां दा इहो हाल है। हर कोई मनुख जिहड़ा अज सोशल मीडिया ते विकार बड़े सौखे मिलते हैं सानू, झट निंदिया हो जाती है, झट चुगली हो जाती है। सतगुरु कहते जे इन्ने कम्मां दे विच रह के भी नाम का रस नहीं आया तो तेरी जुबान सड़ जानी चाहिए है। ये गुरु अमरदास जी कह रहे हैं, अर्थ आप कर लियो। कहन लगे पंक्ति पढ़ देना, जिन जिहवा हर रस ना चखियो सा जिहवा जल जाओ। ये अर्थ कर लो की बनते हैं, कहते सड़ जे जुबान। तो गुरु अर्जुन साहब जी का एक प्यारा बचन है बड़ा, कहन लगे रसना जपै ना नाम तिल तिल कर कट्टी है। निके निके टुकड़े करके कहते वड़ दिओ जिहड़ी जुबान नाम नहीं जपदी। इहो जी जुबान का करना भी की आपां। चलो ठीक है, आपां भैन भरावां नाल गल करनी है, रिश्तेदारां दे नाल गल करनी है, समाज दे विच मिलना वरतना रसना वरतीए, वरतन वास्ते रब ने दित्ती है। पर सवेरे अमृत वेले उठ के ये गुरु गुरु रसना ते जपे, कदी बह के नितनेम ते करे। सारी दिहाड़ी आपां काम करने, बाणी ने किते काम करन तो नहीं वरजिया। एक गल चेता रखियो, एक मैं बचन होर अमृत बाणी का पढ़ देना। कह लगे नामा कहत लोचना मुख ते नाम संभाल, हाथ काम हाथ पाओ कर काम सब चीत निरंजन नाल। असी जे कान नूं फोन ला के काम कर सकते हैं, मोटरसाइकिल ते गड्डी ते आउंदिया जांदिया कान नूं फोन लग सकता है, तो की रसना दे नाल फिर गुरु गुरु काम करदिया नहीं जपिया जा सकता। अज की उदाहरण है ना भी तुसी किते मेरे वर्गे ने मोटरसाइकिल ते आउणा होवे, किसी ने गड्डी ते आउणा होवे, वो मोबाइल साडे कान नूं नहीं लगा हुंदा, लगा है तुरिया जांदिया आउंदिया जांदिया लगा है। जे वो लग सकता तो फिर रसना ना गुरु गुरु नहीं जपिया जा सकता, वो भी जपिया जा सकता है। पर सतगुरु कहते जपदा नहीं मनुख, कह लगे इहो जी जुबान सड़ जानी चाहिए। अन रस सादे लग रही, सादे का अर्थ है स्वाद दे विच। सतगुरु कहते ये जुबान होर ही स्वादां च लगी रही, जिहड़े स्वादां दा मैं जिक्र कर दिता, माया मोह दे स्वाद च लगी रही। कह लगे इरचों की निकलिया दुख पाया दूजै पाए। कहते दूजे का अर्थ करांगे परमात्मा नूं छड्ड के दूसरा, इहदा अर्थ हो गया माया। पाया दा अर्थ है प्यार, माया दे नाल प्यार पा लिया, माया दे नाल प्यार नहीं पिया, उहदे चों दुख निकलिया। तो जिहड़ा मनुख जुबान के स्वाद च पैंदा ना, याद रखियो उस च दुख ही दुख निकलते हैं। मैं एक दो उदाहरण दे देना। जुबान खास करके दो काम करती है, एक कुछ चीज़ां अंदर खड़दी है, एक कुछ चीज़ां बाहर प्रगट करती है। अंदर ये जिहड़ा वो पकवान खड़दी है, असी भोजन खड़दे हैं, जुबान के राही चबाड़े के राही साडे अंदर जांदा है। ਉਹਦੇ स्वाद ਨੂੰ भी खट्टा है मिठा है कसैला है जिदा का वो भी जुबान चखदी है।
उस तो बाद जो साडे अंदरों कुछ बाहर नूं प्रगट हुंदा है, विचार प्रगट हुंदे ने, वो बोलिया भी जुबान की सहायता दे नाल जांदा है। जुबान तो बिना तुसीं बोल भी नहीं सकते। कभी भी नोट करियो, जिहो जे शब्द ने उस हिसाब दे नाल जुबान जिहड़ी वो हिलदी है। इस करके जुबान अंदर नूं भी कुछ खड़दी है तो जुबान बाहर नूं भी खड़दी। बस इहदे ते कंट्रोल कर लो। अज साडी जुबान इन्ने क ज़्यादा रसां दे विच बाहरी तौर ते फसी है। असी किन्नियां गलत चीज़ां खाई जाने जिहदे करके अज शरीर साडे दुखी ने। बहुते असी जिहड़े बीमार हैं ना, वो गलत खाने करके हैं। जो सड़ियां चीज़ां ने अज असी खा रहे हैं, उन्हां चों दुख ही निकलना है। ये चीज़ां जिहड़ा अज दा खाना बनदा जा रहा है ना, ये साडा नहीं सी खाना। साडा दुध घ्यो सी, जे हैवी तो हैवी जिहड़ी डाइट सी, वो परौंठे सन देसी घ्यो दे जां मक्खन वाले, वो तो पचते नहीं। आ गंद मंद जे आपां रेड़ियां तो बथेरा खाई जाने। चलो मैं इस पासे नूं नहीं जाना। एक गल याद रखियो, ये शरीर वास्ते बहुत ज़्यादा माड़ा है। हुण मैं डॉक्टरी नहीं अपनी इत्थे घुटनी, पर कोशिश करो जिन्ना भी इहदे तो बच सकदे जे खाण ते कंट्रोल हो गया तो तुहाडियां मैं इउं कह देवां 70-80% बीमारियां जिहड़ियां वो खत्म हो जाणगियां जे तुसीं खाण ते कंट्रोल कर लो। तो अज घर दे विच माँ दे हत्थ दी रोटी स्वाद नहीं लगदी सानूं, असीं बाहरों खाने, फिर बंदा बीमार हुंदा है। पर एक गल याद रखियो, घर दे विच जदों भी कोई भैन जां पत्नी जां माँ, ये तीन ही रिश्ते ने ना घर दे विच। मेरे घर च रोटी पक्केगी जां माँ बनावेगी, जां भैन ते जां पत्नी, ये तीन रिश्ते ने। जां जिहड़े बजुर्ग ने उन्हां दी बेटी है, ये रिश्ते ने ना। जदों घर दे विच एक औरत खाना बनावेगी, वो सफाई का पूरा ध्यान रखेगी। उन्होंने पता मेरे परिवार ने खाना, बीमार ना होवे। जिथों तुसीं खांदे जे उन्हां दा अपना नहीं हुंदा, कोई उन्हां तुहानूं खवाउणा है, पैसे तुहाडे सिर तो वटने ने। अज जो गंद मंद सानूं खवाया जाता है, बड़ियां वीडियो आ गई, पर असीं वेख के फिर अखों परोखा करके उधर ध्यान नहीं देंदे। इस करके मैं 2 उदाहरणां देणीआं। पहली उदाहरण, जे तुसीं खाण ते कंट्रोल कर लो तो बीमारियां अद्धियां जिहड़ियां वस च आ जाणगियां। दूसरी बेनती करा, फिर जिहड़ा अंदर दा विचार प्रगट बाहर करदी है जुबान, अद्धे कलेश जिहड़े दुख ने साडे गलत बोलन करके ने। तुसीं ध्यान दिओ, मैं पिछले दिनां दा मन की गल कर रहा। ये मनोविग्यान ये गल कहती है जे मन नूं कंट्रोल करना है, सब तो पहला अपनी जुबान नूं कंट्रोल च कर लो। साडे अंदर दी जिहड़ी एनर्जी, जिहड़ी पावर है ना, वो निकलदी है। कदी ध्यान दिओ, जिहड़ा मनुख बड़ा पढ़ाकू होवेगा ना, बड़ा पढ़दा है, वो दुगला पतला जिहा होवेगा, खाई पी बड़ा जांदा, कहिंदे लगदा नहीं। असल च एक पाड़ू बंदे दी, जिहड़ा पढ़ाकू है, ज़्यादा काम करदा है पढ़न दा, ओहदी ते एक भलवान दी खुराक बराबर दी हुंदी है। भलवान खुराक खा के ते कुश्ती करदा है, ओहदी खुराक भी पच जांदी है। एक पढ़न वाला भी खुराक खा के पढ़ाई करदा, ओहदी खुराक उधर लग जाती है, ताकत दोवें पासे काम करती है। पर समस्या इस गल दी है, जिहड़े बच्चे साडे लैपटॉपां दे अगे बैठते हैं, पढ़ाइयां करते हैं, उन्होंने खुराकां खानियां शुरू छड्ड दित्तियां, जिहदे नतीजे निकल आए अखां खराब हो गईयां, सिरां दे वाल चिट्टे झट हो गए। साडी लाइन च भी तुसीं वेखो, बाबे झट चिट्टियां दाड़ियां वाले बन जाते हैं। क्यों बनते हैं? जो मैं लगातार 2-2 4-4 घंटे बोलांगा, खुराक चाहिए है। मगर जे खुराक हो गए भी शरीर सही चलेगा। चलो मैं अपने विचार वाले पासे आवां। जदों असी ये पढ़न दा जां रसना बोलन दा काम करदी है, जिहड़ी मैं गल कह रहा सा, ते याद रखियो मनुख बहुत जिहड़ा कुछ है अपना, जे मैं जिहड़ी गल कह रहा सा, मनोविग्यान कहंदी ये जुबान ते कंट्रोल करे, उस तो बाद इहदा मन जिहड़ा वो ताकत इकट्ठी करता रहेगा जी। फिर मन जिहड़ा वो बोलन वो घट हो जाएगा। साडे 2 चीज़ां बोलदियां ने, एक मन बोलदा है, एक जुबान बोलदी है। तुसीं हुण सारे चुप करके बैठे जे ना, आप मैं बोलन दिया ना कला, तुसीं बैठे जे ते यकीन करके जाणिओ, मैं कथा कर रहा जिन्नियां गल्लां कीतियां, तुसीं किन्ने जवाब मेरे अपने मन च कथा दे देते होने हैं, करतियां ना। आप मन गल्लां करी जांदा भी बाबे ने आ की कहता, आ की कहता, मन अपना काम करी जा रहा, नालों नाल मन बोलदा जा रहा। सब तो पहला जे तुसी अपनी इकाग्रता वधाउणी है ना, जिहड़े लोग अज मनोविग्यान दे नाल बड़ियां चीज़ां नूं कंट्रोल कर रहे ने, मैं वेख रहा सा, पढ़ रहा सा, तुसी मन दी इकाग्रता दे नाल बीमारियां भी सही कर सकदे जे कई हद तक। तुसी सब तो पहला कोशिश करो अपनी रसना नूं कंट्रोल करन दी, जुबान ज़्यादा ना बोले। जिन्ना घट बोलोगे उन्नी ही जिहड़ी एनर्जी है वो इकट्ठी होवेगी,
उस तो बाद तुहाडा मनु आ जिहड़ा वो चुप वाले पासे आवेगा। पर हुण मैं मन दा ते विशा नहीं मेरा, अज आप जुबान की गल कर रहे हैं। याद रखियो जदों जुबान नूं चुप करना तुसीं समझा दिओगे तो अद्धा कलेश इसे चीज़ तो रुक जाता है। लड़ाई निक्की जी गल तो वध जाती है ना, कहते भी लस्सी ते लड़ाई जिन्नी मर्जी वधाई जाओ, निक्की जी गल हुंदी है बात दा बतंगड़ बन जाता, राई दा पहाड़ बन जाता है। जे उस गल नूं तुसीं 2 मिनट वास्ते खामोश कर दिओ, अपने आप को चुप कर लो, तो वड्डियां वड्डियां लड़ाइयां जिहड़ियां वो टालियां जा सकदियां ने। घरां दे बड़े वड्डे जिहड़े कलेश ने साडी गलत शब्दावली करके पैंदे ने। जदों 4 बंदे बह के फैसला करन दे विचों कुछ नहीं निकलदा सवाए बदनामी दे, फिर कहंदे यार तू सियाणा बयाना बंदा ना इन्नी गल कहिंदा। बेइज्जती करा के असीं सोचदे आं भी वाकई यार मैं इन्ना ना बोलदा तो इन्ना खलारा ही नहीं सी पैना। इस करके भावें वो निंदिया चुगली है, भावें रुखापन बोलन दा वो सारा कुछ ये पवाड़े सारे जुबान दे ने साडे। तो जुबान इन्नी कि चलाक है जी, कह के निकल जाती है, हड्डियां बाहर बंदे दियां भज जांदियां ने। जुबान नूं डांग पैंदी वेखी तुसीं कदी? मौरां ते अपनियां सिकणियां ना, जुबान ने बोल के चली गई। इस करके इनू खाण तो इनू बोलन तो कंट्रोल कर लो, तो मनुख दुखां तो बचिया रहेगा। मैं विचार वाल आवां, गुरु अमरदास जी कहंदे ये दोवें पास्यों ही हट के गलत पासे लगी हुई है। अन्न रस सादे लग रही, कह लगे ये जिहड़ी जिहवा है नाम दा रस छड्ड के होरां पासियां ते लगी हुई है। की निकलिया इहदे चों? दुख पाया दूजे पाए। माया की गल करदा रहा, हुण उह चों दुख निकल रहा। इसे रसना दे नाल तुसीं सिमरन करना शुरू कर दिओ ना, तो याद रखियो वो मनुख दे अंदर दी बड़ी तगड़ी तब्दीली कर देगा। मैनूं महात्मा बुद्ध की एक गल चेते आ गई। महात्मा बुद्ध नूं एक बंदा मिलिया, गल बड़ी शॉर्ट च सुनाउणी तुहानूं मैं। उन्हां दे नाल उहदा कज़न ही, चाचे दा भरा महात्मा बुद्ध दे नाल। उन्हें कई गल्लां बातां कीतियां ते अखीर दे उत्ते महात्मा बुद्ध नूं बड़ा बुरा भला कह दिता। अपना जिन्ना भी गुबार सी ना, गलत मलत जो भी सी, उन्होंने बड़ा कुछ कह दिता। महात्मा बुद्ध शांत दे शांत रह गए। उन्हां दे भरा ने कहा भी महात्मा जी तुसीं जवाब क्यों नहीं दिता? कहंदे कोई गल टाल दिती। वो बंदा जी मन च जिन्ने बोलिया वो सोचदा रहा। 2-4 दिन सोचिया भी महात्मा कोई आया सी, मैं तो उन्होंने गलत बोल गया। वो लभदा फिर दोबारा महात्मा बुद्ध नूं मिलिया, कहन लगा महात्मा जी मेरे को गलती हो गई बड़ी तगड़ी, मैनूं इदां बोलना नहीं सी चाहिदा तुहाडे नाल। महात्मा जी कहंदे भलिया तू अजे उत्थे ही खलोता है, मैं तो उत्थों कदे दा निकल के आ गया। भाव असीं मन करके अजे भी उत्थे खलोते हुए हाँ। किसी ने मैनूं आह गल कही सी, इन्ने साल हो गए, मैं अजे भी उत्थे खलोता है, उन्होंने छड्ड नहीं रहा। जिंदगी दे गांह ट्रैवल किहड़े वेले करांगा, किहड़े वेले वधांगे? आ साडे मन दा ते आ रसना दा हाल है। असी उत्थे ही खलोते हुए हाँ। किते फिर समा बनिया मैं जुबान ते मन इन्हां दोवां दे बोलण दे उत्ते आपां एक वखरा थोड़ा जिहा जरूर मैं तुहाडे नाल साझा करांगा कि मन किवें बोलदा है, जुबान को किवें बुलाउंदा, ते असीं इहनूं किवें कंट्रोल कर सकदे हां। इत्थे सिर्फ सतगुरु इन्नी गल कह रहे ने, दुख पाया दूजे भाए। जिहड़ी रसना माया दे विच लगी रहिंदी है उन्होंने फिर दुख ही मिलते हैं। सिमरन छड्ड के जो तू माया दीयां गल्लां करेगा, माया नूं चितवेगा, और चो दुख निकलणगे। अखीर ते सतगुरु कह लगे सबना नदर एक है आपे फर्क करे। कह लगे भाई असल च गल ये है कि सारियां दे उत्ते परमात्मा एक दी ही नज़र है। परमात्मा एक है ना, भावें कोई चंगा है भावें माड़ा है, याद रखियो सारियां दे उत्ते परमात्मा की दृष्टि है। की परमात्मा हर एक नूं अपनी नज़र दे विच रखदा है जी। उहदी कोई भी नज़र तो बिना जिहड़ी वो हस्ती नहीं, कोई जगह नहीं जिहड़ी परमात्मा की निगाह तो किते बाहर होवे। सतगुरु कह लगे सबना नज़र एक है, सारियां दे उत्ते एक परमात्मा की नज़र है, उहदी कृपा उहदी दृष्टि है। आपे फर्क करे, पर परमात्मा आप फर्क पा दिंदा है। हुण किसी दे उत्ते बड़ी कृपा करदा, कई बड़ा सौखा है, कोई बेचारा दुखां दे विच मरिया पिया है। दोवां दे उत्ते परमात्मा की कृपा दृष्टि है, देखदा ते पिया है परमात्मा, पर किसी नूं बड़ा ज़्यादा दे दिता, किसी नूं कख नहीं दिता। ये फर्क भी परमात्मा आप ही पाउंदा है। एक बचन गुरु अमरदास जी का कह लगे सबना उत्ते सबना उपर नदर प्रभ तेरी, किसै थोड़ी किसे है कनेरी। तेरी सारियां दे उत्ते कृपा दृष्टि है, किसी दे उत्ते तू ज़्यादा पा देना, किसी ते थोड़ी पा देना। इत्थे भी इहो गल हो रही है, कह लगे सबना नदर एक है, सारियां उत्ते तेरी कृपा दृष्टि है। आपे फर्क करे
ਆਪ ਹੀ ਤੂੰ ਇਹਨਾਂ ਦੇ ਵਿੱਚ ਫਰਕ ਰੱਖਦਾ ਹੈ। ਨਾਨਕ ਸਤਿਗੁਰ ਮਿਲਿਆ ਫਲ ਪਾਇਆ। ਕਹਿਣ ਲੱਗੇ ਜਦੋਂ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਨੂੰ ਮਿਲ ਕੇ ਫਿਰ ਨਾਮ ਦਾ ਫਲ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਉਹ 'ਚੋਂ ਕੀ ਨਿਕਲਦਾ ਜੀ? ਨਾਮ ਵਡਾਈ ਦੇ, ਅਤੇ ਨਾਮ ਦੇ ਨਾਲ ਹੀ ਮਨੁੱਖ ਨੂੰ ਵਡਿਆਈ, ਰੱਬ ਦੇ ਘਰ ਦੇ ਵਿੱਚ ਇੱਜ਼ਤ ਮਿਲਦੀ ਹੈ। ਉਸ ਇੱਜ਼ਤ ਸਦਕਾ ਹੀ ਮਨੁੱਖ ਪਰਮਾਤਮਾ ਦੇ ਵਿੱਚ ਅਭੇਦਤਾ ਦੀ ਦਾਤ ਹਾਸਲ ਕਰਦਾ ਹੈ। ਸੋ ਇਹ ਸੀ ਪਾਵਨ ਸ਼ਬਦ ਦੀ ਵਿਚਾਰ। ਪਿਛਲੇ ਦਿਨਾਂ ਤੋਂ ਇਹ ਸ਼ਬਦ ਜਿਹੜਾ ਆਰੰਭ ਹੋਇਆ ਸੀ, ਇਹਦੇ 'ਚ ਇੱਕ ਸ਼ਬਦ ਨਦਰ ਬਾਰ-ਬਾਰ ਰਿਪੀਟ ਹੋਇਆ। ਪਹਿਲੀ ਜਿਹੜੀ ਆਪਾਂ ਕਥਾ ਸੀ ਇਸ ਸ਼ਬਦ 'ਤੇ ਹੀ ਲਾਈ ਸੀ ਕਿ ਨਦਰ ਕੀ ਹੈ, ਮੈਂ ਡਿਟੇਲ ਦੇ ਨਾਲ ਦੱਸਿਆ ਸੀ। ਸੋ ਇਸ ਕਰਕੇ ਜੀਵਨ ਦੇ ਵਿੱਚ ਇੱਕ ਗੱਲ ਯਾਦ ਰੱਖਿਓ, ਅਸੀਂ ਜੋ ਵੀ ਕਰਦੇ ਹਾਂ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਕਰਦੇ ਹਾਂ। ਸਾਡੀ ਕੋਈ ਹਸਤੀ ਨਹੀਂ। ਹਾਂ, ਸਾਡਾ ਹੀਲਾ ਹੋ ਸਕਦਾ ਹੈ, ਜਰੀਆ ਹੋ ਸਕਦਾ ਹੈ, ਪਰ ਉਸ ਹੀਲੇ, ਉਸ ਜਰੀਏ ਦੇ ਵਿੱਚ ਵੀ ਪਰਮਾਤਮਾ ਦੀ ਕਿਰਪਾ ਹੈ। ਪਰਮਾਤਮਾ ਤੋਂ ਬਿਨਾਂ ਜਿਹੜਾ ਉਹ ਪੱਤਾ ਵੀ ਨਹੀਂ ਹਿਲ ਸਕਦਾ। ਇਹ ਸੀ ਪਾਵਨ ਸ਼ਬਦ ਦੀ ਵਿਚਾਰ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਸਭਨਾ ਨਦਰ ਏਕ ਹੈ, ਆਪੇ ਫਰਕ ਕਰੇ। ਨਾਨਕ ਸਤਿਗੁਰ ਮਿਲਿਆ ਫਲ ਪਾਇਆ, ਨਾਮ ਵਡਾਈ ਦੇ। ਵਾਹਿਗੁਰੂ ਜੀ ਕਾ ਖਾਲਸਾ